ਆਪਾਂ ਇਸ ਕਰਕੇ ਇਕੱਠੇ ਹੋਏ ਹਾਂ ਕਿ ਜਿਹੜੀਆਂ ਪਰਸੋਂ ਕੈਬਨਿਟ ਨੇ ਦੋ MLAs ਦੇ ਬੇਟਿਆਂ ਨੂੰ ਜਿਹੜੀ ਆ ਨੌਕਰੀ ਦਿੱਤੀ ਆ। ਬਦਕਿਸਮਤੀ ਇਹ ਆ ਕਿ ਸਾਡੇ ਕੋ ਕਿੰਨੀਆਂ ਹੀ ਚਾਹੇ ਉਹ ਸਾਡੇ ਦੇਸ਼ ਦੀ ਸੇਵਾ ਕਰਕੇ ਉਹਨਾਂ ਦੀ ਜਾਨ ਚਲੇ ਗਈ, ਚਾਹੇ ਇਹੋ ਜਿਹੇ ਹੋਰ ਅਫੈਕਟਡ ਬੰਦੇ ਹੈਗੇ ਆ, ਅਸੀਂ ਉਹਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਅਸੀਂ ਇਹੋ ਜਿਹੇ ਪੈਰਾਮੀਟਰ ਚੁਣੇ ਆ ਕਿ ਜਿਹੜੇ ਮੇਰਾ ਖਿਆਲ ਹੈ ਕਿ ਹੁਣ ਤਾਂ ਮੈਨੂੰ ਇਹ ਵੀ ਨਹੀਂ ਸਮਝ ਆ ਰਹੀ ਕਿ ਪੈਰਾਮੀਟਰ ਕਿਸ ਪੈਰਾਮੀਟਰ ਤੇ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਂਦੀ ਹੈ। ਔਰ ਉਸ ਕੈਬਨਿਟ ਦੇ ਵਿੱਚ 5 ਮੰਤਰੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅਪੋਜ਼ ਕੀਤਾ, ਕਿਉਂਕਿ ਜਿੱਥੇ ਗਰਾਊਂਡ ਰਿਐਲਿਟੀ ਦੀ ਗੱਲ ਹੈ ਉੱਥੇ ਸਰਕਾਰ ਦੀ ਪਰਸੈਪਸ਼ਨ ਦੀ ਵੀ ਗੱਲ ਹੈ। ਤੇ ਇਹੋ ਜਿਹੀਆਂ ਨੌਕਰੀਆਂ ਦੇ ਕੇ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਅਸੀਂ ਕੀ ਪਰਸੈਪਸ਼ਨ ਕ੍ਰੀਏਟ ਕਰਨਾ ਚਾਹੁੰਦੇ ਆ। ਅੱਛਾ, ਮੈਂ ਹਮੇਸ਼ਾ ਇੱਕ ਗੱਲ ਤੇ ਕਹਿਣਾ ਹੁੰਨਾ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਕਪੈਸਿਟੀ ਹੈਗੀ ਆ, ਐਡਮਿਨਿਸਟ੍ਰੇਟਿਵ ਐਬਿਲਿਟੀ ਹੈਗੀ ਆ, 5 ਮਿਨਿਸਟਰਸ ਦੇ ਅਪੋਜ਼ ਕਰਨ ਦੇ ਬਾਵਜੂਦ ਵੀ ਇਸ ਗੱਲ ਤੇ ਸੁਹਿਰਦ ਰਹਿਣਾ ਵੀ ਮੈਂ ਤਾਂ ਇਹ 2 MLAs ਨੂੰ ਜਿਹੜਾ ਆ ਉਹ ਆਪਣੇ ਧੜੇ ਦੇ ਨਾਲ ਰੱਖਣਾ। ਅੱਛਾ, ਬੇਸਿਕਲੀ ਮੈਨੂੰ ਤਾਂ ਐਂ ਲੱਗਦਾ ਇਹ ਹਾਰਸ ਟ੍ਰੇਡਿੰਗ ਨਹੀਂ ਤਾਂ ਹੋਰ ਕੀ ਹੈ। ਅਨਫੋਰਚੂਨੇਟ ਕਿ ਅਸੀਂ ਇਹੋ ਜਿਹੀ ਸੋਚ, ਔਰ ਮੈਂ ਉਹਦੇ ਨਾਲ ਮੀਡੀਆ ਨੂੰ ਵੀ ਰਿਕੁਐਸਟ ਕਰੂੰਗਾ ਕਿਉਂਕਿ ਇਹ ਲੜਾਈ ਨਵਜੋਤ ਸਿੰਘ ਸਿੱਧੂ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ, ਇਹ ਲੜਾਈ ਇਸ਼ੂਜ਼ ਦੀ ਲੜਾਈ ਹੈਗੀ ਆ। ਹੌਲੀ ਹੌਲੀ ਪਰਸੈਪਸ਼ਨ ਕੀ ਕ੍ਰੀਏਟ ਹੋ ਗਈ ਕਿ ਇਹ 2 ਪਰਸਨੈਲਿਟੀਜ਼ ਜਿਹੜੀਆਂ ਲੜ ਰਹੀਆਂ, ਪਰਸਨੈਲਿਟੀਜ਼ ਨਹੀਂ ਲੜ ਰਹੀਆਂ, ਕੋਈ ਧੜਾ ਨਹੀਂ ਹੈ ਕਾਂਗਰਸ ਦੇ ਵਿੱਚ। ਕਿਉਂਕਿ ਤੁਸੀਂ ਮੈਨੂੰ ਪਤਾ ਕੁਐਸਚਨ ਇਹ ਕਰਨਾ ਵੀ ਉਹ ਧੜੇ ਹੋ ਗਏ ਜੀ, ਇੱਦਾਂ ਹੋ ਗਿਆ ਜੀ, ਇੱਦਾਂ ਹੋ ਗਿਆ, ਇਹ ਇੱਕ ਕ੍ਰੀਏਸ਼ਨ ਹੈ। ਮੈਂ ਤਾਂ ਹਮੇਸ਼ਾ ਇੱਕ ਲੌਜਿਕ ਦੀ ਗੱਲ ਕੀਤੀ ਆ, ਹਮੇਸ਼ਾ ਇੱਕ ਉਹਨਾਂ ਚੀਜ਼ਾਂ ਦੀ ਗੱਲ ਕੀਤੀ ਆ ਜਿਹੜੀਆਂ ਸਾਡੇ ਸਮਾਜ ਨਾਲ ਜੁੜੀਆਂ ਹੋਈਆਂ ਹੁੰਦੀਆਂ ਤੇ ਸਾਡੇ ਸਮਾਜ ਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਆ। ਕਿਉਂਕਿ ਬਹੁਤੇ ਪੱਤਰਕਾਰ ਕਈ ਵਾਰੀ ਮੈਨੂੰ ਇਹ ਵੀ ਕਹਿੰਦੇ ਆ, ਸਵਾਲ ਪੁੱਛਦੇ ਆ ਵੀ ਹਾਂ ਵੀ ਇਹ ਲਾਸਟ ਜਦੋਂ 6 ਮਹੀਨੇ 8 ਮਹੀਨੇ ਰਹਿ ਜਾਂਦੇ ਆ, ਪਰ ਮੈਂ ਤੁਹਾਡੀ ਜਾਣਕਾਰੀ ਲਈ ਕਈ ਵਾਰੀ ਆਪਾਂ ਰਿਫਰੈਸ਼ ਕਰਨਾ ਹੁੰਦਾ। ਮੈਂ ਅੱਜ ਤੋਂ 1.5 ਸਾਲ ਪਹਿਲਾਂ, ਪੌਣੇ 2 ਸਾਲ ਪਹਿਲਾਂ 2019 ਦਸੰਬਰ ਦੇ ਵਿੱਚ ਪਹਿਲੀ ਚਿੱਠੀ ਲਿਖੀ ਸੀ, ਲੇਕਿਨ ਉਦੋਂ ਪਹਿਲਾਂ ਮੈਂ ਹਮੇਸ਼ਾ ਅੰਦਰ ਵੜ ਕੇ, ਕਿਉਂਕਿ ਮੈਨੂੰ ਪਤਾ ਵੀ ਪ੍ਰੋਟੋਕੋਲ ਨੂੰ ਫੋਲੋ ਕਰਨਾ ਹੁੰਦਾ, ਅੰਦਰ ਵੜ ਕੇ, ਜਦੋਂ ਅੰਦਰ ਵੜ ਕੇ ਨਹੀਂ ਸੁਣੀ ਗਈ ਤਾਂ ਫਿਰ ਮੈਂ ਈਵਨ ਕਿ ਉਹਦੀ ਕਾਪੀ ਜਿਹੜੀ ਸੀ ਉਹ ਮਿਸਿਸ ਸੋਨੀਆ ਗਾਂਧੀ ਨੂੰ ਔਰ ਸਾਡੇ ਜਾਖੜ ਸਾਹਿਬ ਨੂੰ ਜਿਹੜੀ ਆ ਉਹ ਭੇਜੀ, ਔਰ ਉਹਦੇ ਤੋਂ ਬਾਅਦ ਵੀ ਬੇਸਿਕਲੀ ਬੁਲਾਇਆ ਵੀ ਗਿਆ, ਡਿਸਕਸ ਵੀ ਕੀਤਾ ਗਿਆ, ਲੇਕਿਨ ਪਰਨਾਲਾ ਉੱਥੇ ਦਾ ਉੱਥੇ ਹੀ। ਤੇ ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਹਾਂ ਵੀ ਆਪਾਂ ਉਹ ਇਸ਼ੂ ਡ੍ਰੌਪ ਕਰ ਦਈਏ। ਔਰ ਆਹ ਜਿਹੜਾ ਕੱਲ੍ਹ ਹੋਇਆ ਜਾਂ ਪਰਸੋਂ ਹੋਇਆ, ਇਹ ਤਾਂ ਅਸਲੀ ਗੱਲ ਹੈ ਵੀ ਉਹ ਜਿਹੜੇ 5 ਮਿਨਿਸਟਰਸ ਹੈ ਉਹਨਾਂ ਦੇ ਅਪੋਜ਼ ਕਰਨ ਦੇ ਬਾਵਜੂਦ ਵੀ, ਔਰ ਸਾਡੇ PCC ਪ੍ਰਧਾਨ ਸਾਹਿਬ ਨੇ ਵੀ ਇਹਨੂੰ ਅਪੋਜ਼ ਕੀਤਾ, ਸਾਡੇ ਹੋਰ MLAs ਨੂੰ ਵੀ ਅਪੋਜ਼ ਕੀਤਾ। ਕੈਪਟਨ ਅਮਰਿੰਦਰ ਸਿੰਘ ਜੀ, ਆਪਾਂ ਕੀ ਪਰਸੈਪਸ਼ਨ ਕ੍ਰੀਏਟ ਕਰ ਰਹੇ ਹਾਂ? ਆਪਾਂ ਪਾਰਟੀ ਦੀ ਗੱਲ ਤੇ ਆਪਾਂ ਸਰਕਾਰ ਦੀ ਗੱਲ, ਕਿਉਂਕਿ ਸਰਕਾਰ ਦੇ ਵਿੱਚ ਫੇਅਰਨੈਸ ਜਿਹੜੀ ਆ, ਔਰ ਜਦੋਂ ਇਹਦਾ ਮਤਲਬ ਇਹ ਹੋਇਆ ਕਿ ਜਿੱਥੇ ਤੁਹਾਡੀ ਵਿਲ ਹੈ, ਜਿੱਥੇ ਤੁਹਾਡੀ ਵਿਲ ਹੈ ਉੱਥੇ ਭਾਵੇਂ 5 ਮੰਤਰੀ ਵੀ ਅਪੋਜ਼ ਕਰਦੇ ਹੋਣ, ਤੁਸੀਂ ਕੰਮ ਕਰਨਾ ਜ਼ਰੂਰ ਆ। ਮੈਂ ਤਾਂ ਇਸ ਗੱਲ ਲਈ, ਕਿਉਂਕਿ ਮੈਨੂੰ ਪਤਾ ਕਿ ਇਸ ਇਨਸਾਨ ਦੀ ਕਪੈਸਿਟੀ ਹੈਗੀ ਆ, ਲੇਕਿਨ ਜਿਹੜੇ ਬਾਕੀ ਇਸ਼ੂਜ਼ ਹੈ ਆਪਾਂ ਉਹਦੇ ਤੇ ਕੀ ਕਰਦੇ ਹਾਂ? ਸੋ ਇਸ ਕਰਕੇ ਇਹਨੂੰ ਵਿਡਰਾਅ ਕੀਤਾ ਜਾਵੇ। ਔਰ ਕਿਉਂਕਿ ਇਹ ਤਰਸ ਵਾਲਾ ਆਧਾਰ ਬਿਲਕੁਲ ਹੈ ਨਹੀਂਗਾ, ਇਹ ਬਿਲਕੁਲ ਪਿਓਰਲੀ ਇੱਕ ਇਹੋ ਜਿਹੀ ਕ੍ਰੀਏਸ਼ਨ ਹੋ ਰਹੀ ਆ ਵੀ ਜਿਹਦੇ ਵਿੱਚ 2 ਧੜਿਆਂ ਦੀ, ਮੈਂ ਬਾਰ-ਬਾਰ ਤੁਹਾਨੂੰ ਵੀ ਇਹ ਬੇਨਤੀ ਕਰਦਾ, ਆਪਾਂ ਧੜਿਆਂ ਦੀ ਗੱਲ ਨਾ ਕਰੀਏ। ਆਪਣੇ ਬੱਚਿਆਂ ਨੇ ਵੀ ਇੱਥੇ ਰਹਿਣਾ, ਆਪਾਂ ਵੀ ਇੱਥੇ ਰਹਿਣਾ, ਆਪਾਂ ਇਸ ਸਮਾਜ ਦੇ ਵਿੱਚ ਰਹਿਣਾ, ਕਿਉਂਕਿ ਬਹੁਤ ਇੰਪੋਰਟੈਂਟ ਥੰਮ ਹੈ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ। ਜਦੋਂ ਤਿੰਨੇ ਫੇਲ ਹੋ ਜਾਂਦੇ ਆ ਤੇ ਉਦੋਂ ਚੌਥਾ ਜਿਹੜਾ ਆ ਉਹ ਕੰਮ ਆਉਂਦਾ।
ਕਿਉਂਕਿ ਅੱਜ ਪੋਲੀਟੀਕਲ ਬੰਦੇ ਦੀ ਜਿਹੜੀ ਇਮੇਜ ਆ ਉਹ ਮੈਨੂੰ ਲੱਗਦਾ ਲੋਐਸਟ ਟੈਬ ਤੇ ਆ। ਉਹਦੇ ਬਾਵਜੂਦ ਵੀ ਅਸੀਂ ਇਹੋ ਜਿਹੀਆਂ ਗਲਤੀਆਂ ਕਰਕੇ ਇਹੋ ਜਿਹੀ ਪਰਸੈਪਸ਼ਨ ਹਜੇ ਦੁਆਬੇ ਦੇ ਵਿੱਚ ਤਾਂ ਕੰਪੈਰੇਟਿਵਲੀ ਘੱਟ ਆ, ਤੇ ਮਾਲਵੇ ਦੇ ਵਿੱਚ ਬਹੁਤੇ ਪਿੰਡਾਂ ਦੇ ਵਿੱਚ ਬੋਰਡ ਲੱਗ ਗਿਆ ਵੀ ਇੱਥੇ ਪੋਲੀਟੀਕਲ ਬੰਦਾ ਵੜਨਾ ਨਹੀਂ ਚਾਹੀਦਾ। ਤੇ ਫਿਰ ਅਸੀਂ ਇਹ ਕਿਓਸ ਵੱਲ ਨੂੰ ਕਿਉਂ ਤੁਰੇ ਜਾ ਰਹੇ ਹਾਂ, ਕਿਓਸ ਕਿਉਂ ਕ੍ਰੀਏਟ ਕਰ ਰਹੇ ਹਾਂ। ਸੋ ਇਸ ਕਰਕੇ ਮੇਰੀ ਤਾਂ ਇਹਨਾਂ ਨੂੰ ਬੇਨਤੀ ਆ, ਔਰ ਜਿਹੜੇ ਬਾਕੀ ਸਾਡੇ ਮਿਨਿਸਟਰਸ ਵੀ ਆ, ਕਿਉਂਕਿ ਜਿੱਥੇ ਐਕਚੁਅਲੀ ਮੇਰੀ ਪ੍ਰੋਬਲਮ ਹੀ ਉੱਥੇ ਆ ਕਿ ਆਪਾਂ ਡੈਮੋਕ੍ਰੇਸੀ ਦੇ ਵਿੱਚ ਡਿਸਕਸ ਕਰਨੋਂ ਹਟ ਗਏ, ਇੰਟਰਨਲ ਡੈਮੋਕ੍ਰੇਸੀ ਹਟ ਗਈ। ਜਿੱਥੇ ਸਾਡੇ ਇਸ਼ੂ ਬਹੁਤ ਚੰਗੇ ਇਸ਼ੂ ਵੀ ਸੀਗੇ, ਏਸੀ ਕੈਬਨਿਟ ਦੇ ਵਿੱਚ ਸਾਡੇ ਜੰਡਿਆਲੇ ਦਾ ਬਹੁਤ ਸਾਲਾਂ ਤੋਂ ਬੰਦ ਪਿਆ ਕਾਲਜ, ਗੁਰੂ ਗੋਬਿੰਦ ਸਿੰਘ ਕਾਲਜ, ਜਿਹੜਾ ਕਿਸੇ ਟਾਈਮ ਸਰਦਾਰ ਦਰਬਾਰਾ ਸਿੰਘ ਹੋਣੀ ਐਸਟੈਬਲਿਸ਼ ਕੀਤਾ ਸੀ, ਜਿਹੜੇ ਚੀਫ ਮਿਨਿਸਟਰ ਸੀ, ਉਹ ਵੀ ਰਿਵਾਈਵ ਹੋਇਆ। ਲੇਕਿਨ ਅੱਜ ਅਸਲੀ ਗੱਲ ਹੈ, ਮੈਂ ਆਪਣੇ ਹਲਕੇ ਲਈ ਜਿੱਥੇ ਧੰਨਵਾਦ ਕਰਨਾ ਸੀ, ਜਿੱਥੇ ਮੈਨੂੰ ਖੁਸ਼ੀ ਹੋਣੀ ਸੀ, ਉੱਥੇ ਪਰਸੈਪਸ਼ਨ ਕੀ ਕ੍ਰੀਏਟ ਹੋ ਗਈ। ਕਿਉਂਕਿ ਮੇਰੇ ਹਲਕੇ ਲਈ ਮੇਰਾ ਖਿਆਲ ਹੈ ਕਿ ਕਾਲਜ ਦਾ ਰੀਸਟੈਬਲਿਸ਼ ਹੋਣਾ, ਕਿਉਂਕਿ ਕੌਂਸਟੀਚੁਐਂਟ ਕਾਲਜ ਜਿਹੜਾ ਆ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਹ, ਕਿਉਂਕਿ ਕੱਲ ਪਰਸੋਂ ਵਾਲੀ ਕੈਬਨਿਟ 'ਚ ਹੋ ਗਿਆ, ਲੇਕਿਨ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਇਸ ਗੱਲ ਦਾ ਪਤਾ ਹੋਵੇ, ਜਿਹਦੇ ਲਈ ਮੇਰਾ ਖਿਆਲ ਹੈ ਪਿਛਲੇ ਕਾਫੀ ਸਾਲਾਂ ਤੋਂ ਮਿਹਨਤ ਕਰ ਰਿਹਾ ਸੀ ਵੀ ਯਾਰ, ਕਿਉਂਕਿ ਆਲੇ ਦੁਆਲੇ 20-25 ਕਿਲੋਮੀਟਰ 'ਚ ਸਾਡੇ ਬੱਚਿਆਂ ਲਈ ਕੋਈ ਕਾਲਜ ਨਹੀਂ ਹੈਗਾ। ਲੇਕਿਨ ਉਹ ਗੱਲ ਦੱਬੀ ਇਸ ਕਰਕੇ ਗਈ ਕਿਉਂਕਿ ਆਪਾਂ ਦੋ ਵਿਧਾਇਕ ਜਿਹੜੇ ਮੈਨੂੰ ਨਹੀਂ, ਹੁਣ ਮੈਨੂੰ ਲੱਗਦਾ ਕੈਮਰੇ ਤੇ ਕਹਿਣ ਲਈ ਉਹ ਸ਼ਾਇਦ ਲਫ਼ਜ਼ ਵੀ ਨਹੀਂ ਹੈਗੇ ਵੀ ਹੁਣ ਅਸੀਂ ਕਿਹੜੇ ਪੈਰਾਮੀਟਰ ਨਾਲ ਕੀ ਕਹੀਏ ਵੀ ਜਿਹੜਾ ਤਰਸ ਦਾ ਆਧਾਰ ਆ ਉਹ ਕਿੱਥੇ ਨਿਸ਼ਚਿਤ ਹੁੰਦਾ। ਕਿਉਂਕਿ ਇੰਨੇ ਗਰੀਬ ਲੋਕਾਂ ਨੂੰ ਮੇਰਾ ਖਿਆਲ ਹੈ WhatsApp ਤੇ 2-3 ਚਿੱਠੀਆਂ ਆਈਆਂ, ਜਿਹੜਾ ਕਿਸੇ ਮਦਰ ਵੱਲੋਂ ਆ ਕਿ ਉਹਦੇ ਬੇਟੇ ਦੀ ਸ਼ਹਾਦਤ ਹੋ ਗਈ ਸੀ, ਔਰ ਇਹ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹਨਾਂ ਨੇ ਕਹਿ ਦਿੱਤਾ ਵੀ ਨਹੀਂ, ਇਹਨੂੰ ਤਰਸ ਦੇ ਆਧਾਰ ਤੇ ਨੌਕਰੀ ਨਹੀਂ ਦਿੱਤੀ ਜਾ ਸਕਦੀ। ਜੇ ਮੈਨੂੰ ਲੱਗਦਾ ਕਿ ਉਹ ਸੈਕਰੀਫਾਈਸ ਕਰਨ ਵਾਲੇ ਪਰਿਵਾਰ, ਈਵਨ ਟੈਰੋਰਿਜ਼ਮ ਦੇ ਟਾਈਮ ਵੀ ਜਿੰਨੇ ਪੁਲਿਸ ਵਾਲਿਆਂ ਦੇ ਪਰਿਵਾਰ ਮਰੇ ਆ ਜਾਂ ਜਿੰਨੇ ਹੋਰ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਆ, ਆਪਾਂ ਉਹਨਾਂ ਲੋਕਾਂ ਨੂੰ ਕਿਉਂ ਭੁੱਲ ਜਾਂਦੇ ਆ। ਆਪਾਂ ਆ ਜਿਹੜਾ ਸਾਡਾ ਕਿਸਾਨੀ ਦਾ ਮੋਰਚਾ ਲੱਗਾ ਹੈ, ਉਹਦੇ ਵਿੱਚ ਲਗਭਗ 450 ਜਿਹੜੇ ਆ ਨੌਜਵਾਨ ਬਜ਼ੁਰਗ ਕਿਸਾਨਾਂ ਨੇ ਸ਼ਹੀਦੀ ਪਾਈ ਆ। ਆਪਾਂ ਉਹਨਾਂ ਦੇ ਪਰਿਵਾਰਾਂ ਨੂੰ, ਕਿਉਂਕਿ ਜੇ 10,000 ਬੰਦਾ ਪੁਲਿਸ ਦੇ ਵਿੱਚ ਅਸੀਂ ਭਰਤੀ ਕਰਨ ਲੱਗੇ ਆ, ਆਪਾਂ ਕਿਉਂ ਨਹੀਂ ਸਪੈਸ਼ਲ ਕੋਟਾ ਉਹਦੇ ਕ੍ਰੀਏਟ ਕਰਕੇ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਆਪਾਂ ਸਪੋਰਟ ਕਰੀਏ। ਉਹ ਕਿਉਂ ਉੱਥੇ ਬੈਠੇ ਸੀਗੇ? ਕਿਉਂਕਿ ਜੇ ਦਿੱਲੀ ਵਾਲੀ ਸਰਕਾਰ ਨੇ, BJP ਸਰਕਾਰ ਨੇ ਉਹ 3 ਕਾਨੂੰਨ ਲਿਆ ਕੇ ਉਹਨਾਂ ਦੇ ਗਲ ਦੇ ਵਿੱਚ ਗੂਠਾ ਦਿੱਤਾ, ਕਮ ਸੇ ਕਮ ਆਪਾਂ ਤਾਂ ਕਿਤੇ ਰਾਹਤ ਦੇ ਦਈਏ। ਸੋ ਇਸ ਕਰਕੇ ਇਹ ਵਿਡਰਾਅ ਕਰੋ। ਇਹਦੇ ਰਿਪਰਕਸ਼ਨਸ ਬੜੇ ਸਰਕਾਰ ਲਈ ਵੀ ਮਾੜੇ ਹੋਣਗੇ ਔਰ ਕਾਂਗਰਸ ਪਾਰਟੀ ਲਈ ਵੀ ਬਹੁਤ ਮਾੜੇ ਹੋਣਗੇ। ਥੈਂਕ ਯੂ।